सतनाम करता पुरख निरभਉ निरवैर अकाल मूरत अजूनी सैभं गुर प्रसाद। तेरे कवण कवण गुण कह कह गावां, तू साहिब गुणी निधाना। तुमरी महिमा बरन ना साकूं, तू ठाकुर ऊंच भगवाना। सतनाम श्री वाहिगुरु साहिब जीओ। श्री राग महला तीजा। सुख सागर हर नाम है, गुरमुख पाया जाए। अन दिन नाम धियाईऐ, सहजे नाम समाए। अंदर रचै हर सच स्यों, रसना हर गुण गाए। भाई रे जग दुखिया दूजै भाए, गुर शरणाई सुख लहैं। अन दिन नाम धियाए रहाओ, साचे मैल न लागई। मन निर्मल हर धियाए, गुरमुख शब्द पछाणीਐ। हर अमृत नाम समाए। गुर ज्ञान प्रचंड बलाया, अज्ञान अंधेरा जाए। मन मुख मैले मल भरे, हौमै तृष्णा विकार। बिन शब्दै मैल न उतरै, मर जम्मै होए खुआर। धातुर बाजी पलच रहे, ना उर्वार न पार। गुरमुख जप तप संजमी, हर कै नाम प्यार। गुरमुख सदा धियाईऐ, एक नाम करतार। नानक नाम धियाईऐ, सबना जियां का आधार। वाहिगुरु जी का खालसा, वाहिगुरु जी की फतेह। जुगो जुग अटल, चबर छत्र तख्त दे मालक, हाजरा हजूर शब्द गुरु। धन धन श्री गुरु ग्रंथ साहिब महाराज जी दी कोटान कोटान किरपा रहमत ते बख्शिश दे नाल हर रोज की तरह ਅੰਮ੍ਰਿਤ ਵੇਲੇ ਦੇ ਪਾਵਨ ਸਮੇਂ ਨੂੰ ਲਾਹਾ ਦੇ ਵਿੱਚ ਬਦਲਦਿਆਂ ਗੁਰਬਾਣੀ ਵਿਚਾਰ ਐਪੀਸੋਡ ਲੈ ਕੇ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਰੋਜ਼ਾਨਾ ਆਪ ਗੁਰੂ ਪਿਆਰੀਆਂ ਸੰਗਤਾਂ ਦੇ ਸਨਮੁਖ ਹਾਜ਼ਰ ਹੁੰਨੇ ਆ, ਜਿਸ ਵਿੱਚ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰੂ ਸ਼ਬਦ ਵਿਚਾਰ ਚੱਲ ਰਹੀ ਹੈ, ਜਿਹਦੇ ਵਿੱਚ ਹੁਣ ਤੱਕ 39 ਨੰਬਰ 39 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਜਿਹੜਾ ਹੁਣੇ ਸ਼ਬਦ ਆਪ ਜੀ ਕੇ ਸਨਮੁਖ ਰੱਖਿਆ ਹੈ, ਇਹ 40 ਨੰਬਰ ਸ਼ਬਦ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਤੇ ਰਾਗ ਹੈ ਸ਼੍ਰੀ ਰਾਗ, ਤੇ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਮੁਖਾਰਬਿੰਦ ਤੋਂ ਰਸਨਾ ਤੋਂ ਉਚਾਰਨ ਹੋਇਆ ਹੈ। ਰਹਾਉ ਦੀਆਂ ਪੰਕਤੀਆਂ ਤੋਂ ਵਿਚਾਰ ਪ੍ਰਾਰੰਭ ਕਰਦੇ ਹਾਂ। ਅੱਜ ਦੇ ਪਾਵਨ ਸ਼ਬਦ ਵਿੱਚ ਜੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੇਖ ਮਨੁੱਖ, ਇਹ ਜੋ ਪਸਾਰਾ ਤੂੰ ਪਸਰਿਆ ਹੋਇਆ ਵੇਖ ਰਿਹਾ ਹੈ,
ਜੇ ਤੇ ਇਹ ਤੂੰ ਨਿਰੰਕਾਰ ਦੀ ਨਿਗਾਹ ਨਾਲ ਵੇਖੇਗਾ, ਪ੍ਰਮਾਤਮਾ ਦੀਆਂ ਅੱਖਾਂ ਨਾਲ ਵੇਖੇਗਾ, ਫਿਰ ਤੇ ਇਹ ਸੰਸਾਰ ਪ੍ਰਮਾਤਮਾ ਦਾ ਘਰ ਨਜ਼ਰ ਆਵੇਗਾ। ਪਰ ਜੇ ਤੂੰ ਇਹਨੂੰ ਕੇਵਲ ਸਵਾਰਥ ਦੀਆਂ ਨਿਗਾਹ ਦੇ ਨਾਲ, ਮਾਇਆ ਲਾਲਚ ਦੀ ਨਿਗਾਹ ਨਾਲ ਵੇਖੇਗਾ, ਤੇ ਇਹ ਜ਼ਹਿਰ ਤੋਂ ਜ਼ਿਆਦਾ ਕੁਝ ਨਹੀਂ। ਹੁਣ ਇਹ ਤੇਰੇ ਉੱਤੇ ਡਿਪੈਂਡ ਹੈ ਕਿ ਤੂੰ ਆਪਣੀਆਂ ਅੱਖਾਂ ਦੇ ਅੱਗੇ ਗੁਰਮਤ ਦੀ ਐਨਕ ਲਾਉਣੀ ਹੈ ਕਿ ਮਨਮਤ ਦੀ ਲਾਉਣੀ ਹੈ। ਜੇ ਮਨਮਤ ਦੀਆਂ ਐਨਕਾਂ ਲਾਵੇਂਗਾ ਤੇ ਤੇਰਾ ਜੀਵਨ ਪਾਖੰਡ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਉਲਝਿਆ ਰਹਿ ਜਾਵੇਗਾ। ਪਰ ਜੇ ਤੂੰ ਸੱਚ ਦੀ ਨਿਗਾਹ ਨਾਲ ਵੇਖੇਗਾ, ਗੁਰਬਾਣੀ, ਗੁਰੂ ਮਤ ਦੀ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੇ ਸੰਸਾਰ ਨੂੰ ਵੇਖੇਗਾ, ਤੇ ਇਸ ਸੰਸਾਰ ਦੇ ਵਿੱਚੋਂ ਤੂੰ ਬਹੁਤ ਕੁਝ ਖੱਟ ਕੇ ਜਾਵੇਂਗਾ। ਤੋ ਅੱਜ ਦੇ ਪਾਵਨ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਭਾਈ ਰੇ ਜਗ ਦੁਖੀਆ ਦੂਜੈ ਭਾਏ। ਸਾਹਿਬ ਕਹਿੰਦੇ ਨੇ ਭਾਈ ਦਾ ਅਰਥ ਹੈ ਬੜੇ ਸਤਿਕਾਰ ਦੇ ਨਾਲ ਸੰਬੋਧਨ ਕਰਨਾ ਹੋਵੇ ਕਿਸੇ ਨੂੰ ਤੇ ਆਪਾਂ ਭਾਈ ਸ਼ਬਦ ਵਰਤਦੇ ਹਾਂ, ਭਰਾ ਸ਼ਬਦ ਵਰਤਦੇ ਹਾਂ। ਸਾਹਿਬ ਕਹਿੰਦੇ ਹੇ ਮੇਰੇ ਵੀਰ, ਹੇ ਮੇਰੇ ਭਰਾ। ਜਗ, ਜਗ ਦਾ ਅਰਥ ਹੈ ਸੰਸਾਰ, ਦੁਖੀਆ, ਦੁੱਖ ਦੇਣ ਵਾਲਾ। ਕਹਿੰਦੇ ਇਹ ਸਾਰਾ ਸੰਸਾਰ ਜਿਹੜਾ ਹੈ ਨਾ, ਇਹ ਬੜਾ ਦੁਖਦਾਈ ਹੈ। ਹੇ ਮੇਰੇ ਵੀਰ, ਅਗਿਆਨਤਾ ਦੇ ਵਿੱਚ ਪੈ ਕੇ ਪ੍ਰਮਾਤਮਾ ਨੂੰ ਭੁਲਾ ਕੇ ਜੇ ਇਸ ਸੰਸਾਰ ਨਾਲ ਮੋਹ ਪਾ ਕੇ ਬੈਠਾ ਹੈ, ਤੇ ਇਸ ਸੰਸਾਰ ਨੇ ਦੁੱਖ ਤੋਂ ਜ਼ਿਆਦਾ ਕੁਝ ਨਹੀਂ ਦੇਣਾ। ਦੂਜੈ ਭਾਏ, ਭਾਈ ਰੇ ਜਗ ਦੁਖੀਆ ਦੂਜੈ ਭਾਏ। ਦੂਸਰੇ ਪ੍ਰੇਮ ਦੇ ਵਿੱਚ, ਮਾਇਆ ਦੇ ਪਦਾਰਥਾਂ ਦੇ ਵਿੱਚ ਖਚਿਤ ਹੋ ਕੇ, ਮਾਇਕ ਪਦਾਰਥਾਂ ਦੇ ਵਿੱਚ ਉਲਝ ਕੇ ਤੂੰ ਨਿਰੰਕਾਰ ਤੋਂ ਦੂਰੀ ਬਣਾ ਕੇ ਬੈਠਾ, ਜਿਹਦੇ ਕਰਕੇ ਤੂੰ ਨਿਤ ਪਰੇਸ਼ਾਨ ਹੋ ਰਿਹਾ ਹੈ ਤੇ ਨਿਤ ਦੁਖੀ ਹੋ ਰਿਹਾ ਹੈ। ਤੇ ਇਹ ਸੰਸਾਰ ਮੁਸੀਬਤ ਦਾ ਘਰ ਬਣ ਕੇ ਤੇਰੇ ਵਾਸਤੇ ਬੈਠਾ ਹੈ, ਕਿਉਂਕਿ ਤੂੰ ਇਸ ਸੰਸਾਰ ਦੇ ਵਿੱਚ ਆ ਕੇ ਜਿਹੜਾ ਵਾਅਦਾ ਕੀਤਾ ਸੀ ਪ੍ਰਮਾਤਮਾ ਦੇ ਨਾਲ ਕਿ ਇਕਮਿਕ ਹੋਣ ਦਾ, ਉਹਦੇ ਵਰਗਾ ਆਪਣਾ ਜੀਵਨ ਬਣਾਉਣ ਦਾ, ਉਹ ਤੂੰ ਨਹੀਂ ਬਣਾਇਆ। ਤੂੰ ਉਹੀ ਸੰਸਾਰ ਦੀ ਖੇਡ ਦੇ ਵਿੱਚ ਤਮਾਸ਼ਾ ਬਣ ਕੇ ਬਹਿ ਗਿਆ ਹੈ। ਸੱਚ ਜਾਣੀ ਤੇਰੀ ਜ਼ਿੰਦਗੀ ਜੋਕਰ ਵਰਗੀ ਹੈ। ਸਾਹਿਬ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਿਤ ਹੈ, ਦੇਖੇ ਸੁਣੇ ਦੌਰਿਓ ਫਿਰਤ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸਤਿਗੁਰੂ ਕਹਿੰਦੇ ਦੂਜਿਆਂ ਦੇ ਕਠਪੁਤਲੀਆਂ ਦੇ ਨਾਚ ਵੇਖਣ ਵਾਲਿਆ, ਤੂੰ ਆਪ ਵੀ ਇੱਕ ਕਠਪੁਤਲੀ ਤੋਂ ਜ਼ਿਆਦਾ ਕੁਝ ਨਹੀਂ। ਜਦੋਂ ਕੁਝ ਪਾ ਲੈਣਾ ਹੈ ਉਦੋਂ ਖੁਸ਼ੀਆਂ ਮਨਾਉਣ ਲੱਗ ਪੈਣਾ, ਤੇ ਜਦੋਂ ਕੁਝ ਗਵਾਚ ਜਾਂਦਾ ਹੈ ਉਦੋਂ ਧਾਹਾਂ ਮਾਰ ਮਾਰ ਕੇ ਰੋਣਾ। ਭਾਈ ਰੇ ਜਗ ਦੁਖੀਆ ਦੂਜੈ ਭਾਏ। ਸਭ ਕਹਿੰਦੇ ਹੇ ਮੇਰੇ ਵੀਰ, ਹੇ ਮੇਰੇ ਭਰਾ, ਇਸ ਸੰਸਾਰ ਦੇ ਵਿੱਚ ਜੇ ਤੂੰ ਖਚਤ ਹੋਵੇਂਗਾ ਨਾ, ਜਿੰਨਾ ਇਹਦੇ ਵਿੱਚ ਖਚਤ ਹੁੰਦਾ ਜਾਵੇਗਾ, ਜਿੰਨਾ ਇਹਦੀ ਡੂੰਘਾਈ ਵਿੱਚ ਜਾਂਦਾ ਜਾਵੇਗਾ, ਉਹਨਾਂ ਮੁਸੀਬਤ, ਉਹਨਾਂ ਹੀ ਪਰੇਸ਼ਾਨ ਤੇ ਉਹਨਾਂ ਮੁਸੀਬਤਾਂ ਦੇ ਪਹਾੜ ਆਪਣੇ ਸਿਰ ਉੱਤੇ ਚੁੱਕ ਲਵੇਗਾ। ਫਿਰ ਇਹ ਲੱਥਣੇ ਨਹੀਂ, ਕਿਉਂਕਿ ਇਹ ਮੋਹ ਦਾ ਚਿੱਕੜ ਐਸਾ ਹੈ। ਤੁਸੀਂ ਕਦੀ ਖਿਆਲ ਕਰਨਾ, ਦਲਦਲ ਵਿੱਚ ਕੋਈ ਮਨੁੱਖ ਧਸ ਜਾਵੇ ਨਾ ਤੇ ਬਾਹਰ ਨਹੀਂ ਨਿਕਲ ਸਕਦਾ, ਕਿਉਂਕਿ ਦਲਦਲ ਇੱਕ ਐਸੀ ਚੀਜ਼ ਹੈ ਜਿਹੜੀ ਆਪਣੇ ਵਿੱਚ ਮਨੁੱਖ ਨੂੰ ਖਿੱਚੀ ਜਾਂਦੀ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਮੋਹ ਦੀ ਦਲਦਲ ਦੀ ਗੱਲ ਬੜੀ ਵਾਰੀ ਕੀਤੀ ਹੈ। ਜਿਵੇਂ ਆਪਾਂ ਨਿਤਨੇਮ ਦੀ ਬਾਣੀ ਜਦੋਂ ਪੜ੍ਹਦੇ ਹਾਂ ਸੋਦਰ ਸਾਹਿਬ ਦੀ, ਉਹਦੇ ਵਿੱਚ ਇੱਕ ਬਾਤ ਸਾਹਿਬ ਕਹਿੰਦੇ ਰਹਿਰਾਸ ਸਾਹਿਬ ਵਿੱਚ, ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤਹਿ ਡੂਬੀਐ। ਕਹਿੰਦੇ ਮੋਹ ਦੇ ਚਿੱਕੜ ਦੇ ਵਿੱਚ ਤਮਾਮ ਦੁਨੀਆ ਖਚਤ ਹੈ, ਡੁੱਬਦੀ ਜਾਂਦੀ ਹੈ। ਹੇ ਮੇਰੇ ਪ੍ਰਮਾਤਮਾ ਜੀ, ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਬਾਂਹ ਫੜ ਕੇ ਇਸ ਮੋਹ ਦੇ ਚਿੱਕੜ ਵਿੱਚੋਂ ਬਾਹਰ ਕੱਢ ਲਿਆ। ਭਾਈ ਰੇ ਜਗ ਦੁਖੀਆ ਦੂਜੈ ਭਾਏ। ਹੁਣ ਇਸ ਸੰਸਾਰ ਜਿਹੜਾ ਦੁੱਖਾਂ ਦਾ ਘਰ ਹੈ, ਮਾਇਆ ਦੇ ਮੋਹ ਦਾ ਪਸਾਰਾ ਹੈ ਜਿੱਥੇ, ਹੁਣ ਇਸ ਮੁਸੀਬਤ ਭਰੇ ਸੰਸਾਰ ਦੇ ਵਿੱਚੋਂ ਉਪਰਾਮ ਕਿਵੇਂ ਰਿਹਾ ਜਾਵੇ, ਇਹ ਮੁਸੀਬਤਾਂ ਤੋਂ ਦੂਰ ਕਿਵੇਂ ਰਿਹਾ ਜਾਵੇ। ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਸਮਝਾ ਰਹੇ ਨੇ, ਗੁਰ ਸ਼ਰਣਾਈ ਸੁਖ ਲਹੈ ਅਨ ਦਿਨ ਨਾਮ ਤੇ ਆਏ। ਗੁਰ ਸ਼ਰਣਾਈ,
ਗੁਰੂ ਜੀ ਦੀ ਸ਼ਰਨ ਵਿੱਚ ਆ ਕੇ, ਹੁਣ ਗੁਰੂ ਦੀ ਸ਼ਰਨ ਵਿੱਚ ਕਿਵੇਂ ਆਉਣਾ ਹੈ? ਸਤਿਗੁਰੂ ਗੁਰੂ ਸ਼ਬਦ ਦੇ ਨਾਲ ਆਪਣੇ ਜੀਵਨ ਨੂੰ ਜੋੜਨਾ ਹੈ, ਗੁਰਬਾਣੀ ਦੇ ਨਾਲ ਆਪਣੇ ਜੀਵਨ ਨੂੰ ਜੋੜਨਾ ਹੈ। ਜੋ ਸਤਿਗੁਰੂ ਜੀ ਨੇ ਉਪਦੇਸ਼ ਸਾਨੂੰ ਜੀਵਨ ਜਾਚ ਦੇ ਗੁਰਮਤਿ ਵਿੱਚ ਦਿੱਤੇ ਨੇ, ਉਹਨਾਂ ਨੂੰ ਫੋਲੋ ਕਰਨਾ ਹੈ। ਗੁਰ ਸ਼ਰਨਾਈ ਤੇ ਆਪਣੇ ਆਪ ਨੂੰ ਸਮਰਪਣ ਕਰ ਦੇਣਾ ਹੈ। ਸ਼ਰਨ ਵਿੱਚ ਆਉਣ ਦੇ ਅਰਥ ਪਤਾ ਕੀ ਨੇ? ਪੂਰਨ ਸਰੈਂਡਰ, ਪੂਰਨ ਸਮਰਪਣ। ਜੇ ਅਸੀਂ ਸਮਰਪਣ ਨਹੀਂ ਨਾ ਕਰਾਂਗੇ, ਅਸੀਂ ਪ੍ਰਾਪਤੀ ਨਹੀਂ ਕਰ ਸਕਦੇ। ਹੁਣ ਕੋਈ ਮਨੁੱਖ ਡਾਕਟਰ ਕੋਲ ਜਾਵੇ ਤੇ ਡਾਕਟਰ ਆਖੇ ਤੂੰ ਬਿਮਾਰ ਬਹੁਤ ਹੈ, ਤੇਰਾ ਆਪਰੇਟ ਕਰਨਾ ਪਵੇਗਾ, ਆਪਰੇਸ਼ਨ ਕਰਨਾ ਪਵੇਗਾ, ਤੇ ਮੈਂ ਆਖਾਂ ਨਹੀਂ, ਮੇਰੀ ਮਰਜ਼ੀ ਨਾਲ ਤੂੰ ਕੈਂਚੀ ਚਲਾਉਣੀ ਹੈ, ਮੈਂ ਜਾਗਦਾ ਹੋਊਂਗਾ, ਮੈਨੂੰ ਬੇਹੋਸ਼ ਨਹੀਂ ਤੂੰ ਕਰਨਾ, ਬਸ ਮੈਂ ਤੈਨੂੰ ਦੱਸੂਗਾ ਵੀ ਤੂੰ ਕਿਵੇਂ ਕੈਂਚੀ ਚਲਾਉਣੀ ਹੈ, ਕਿਵੇਂ ਤੂੰ ਕਰਨਾ ਹੈ, ਆਪਰੇਸ਼ਨ ਕਰਨ ਦਾ ਤਰੀਕਾ ਤੈਨੂੰ ਮੈਂ ਦੱਸੂਗਾ। ਡਾਕਟਰ ਕਹੂਗਾ ਫਿਰ ਮੈਂ ਤੇਰਾ ਟ੍ਰੀਟਮੈਂਟ ਨਹੀਂ ਕਰ ਸਕਦਾ। ਟ੍ਰੀਟਮੈਂਟ ਤਾਂ ਹੈ ਜੇ ਤੂੰ ਮੈਨੂੰ ਆਪਣਾ ਆਪਾ ਸਮਰਪਣ ਕਰੇ। ਤੁਸੀਂ ਦੇਖੋ, ਜਦੋਂ ਆਪਾਂ ਆਪਰੇਸ਼ਨ ਥੀਏਟਰ ਦੇ ਵਿੱਚ ਕੋਈ ਆਪਣਾ ਰਿਸ਼ਤੇਦਾਰ, ਕੋਈ ਪਿਆਰਾ ਹੁੰਦਾ ਹੈ, ਤੇ ਉਹ ਤੋਂ ਪਹਿਲਾਂ ਇੱਕ ਫਾਰਮ ਸਾਈਨ ਕਰਾਇਆ ਜਾਂਦਾ ਹੈ ਕਿ ਇਸ ਮਨੁੱਖ ਨੂੰ ਤੁਸੀਂ ਸਾਨੂੰ ਸਮਰਪਣ ਕੀਤਾ ਹੈ। ਸਮਰਪਣ ਹੀ ਮਨੁੱਖ ਦੀ ਅਗਲੀ ਜ਼ਿੰਦਗੀ ਦੀ ਸ਼ੁਰੂਆਤ ਹੈ। ਜੇ ਸਮਰਪਣ ਨਹੀਂ ਕਰਦੇ, ਸ਼ੁਰੂਆਤ ਨਹੀਂ ਹੋ ਸਕਦੀ ਨਵੇਂ ਜੀਵਨ ਦੀ। ਸਾਡੀ ਜ਼ਿੰਦਗੀ ਇੱਥੇ ਹੀ ਖਲੋਤੀ ਹੈ। ਅਸੀਂ ਮੱਥੇ ਵੀ ਟੇਕ ਰਹੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਸਤਿਗੁਰੂ ਕੇ ਅਖੰਡ ਪਾਠ ਵੀ ਕਰਾ ਰਹੇ ਹਾਂ, ਈਵਨ ਸਹਿਜ ਪਾਠ ਵੀ ਹਰ ਕੋਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਬਾਣੀ ਕੰਠ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਖੇਡ ਕਿਉਂ ਨਹੀਂ ਬਣ ਰਹੀ? ਜੀਵਨ ਵਿੱਚ ਸੱਚਾਈ ਦੀ ਖੁਸ਼ਬੂ ਕਿਉਂ ਨਹੀਂ ਆ ਰਹੀ? ਕਿਉਂਕਿ ਸਮਰਪਣ ਨਹੀਂ ਹੈ। ਗੁਰੂ ਜੀ ਨੂੰ ਆਪਣਾ ਆਪਾ ਨਹੀਂ ਦਿੱਤਾ। ਹੁਣ ਕੋਈ ਲਲਾਰੀ, ਰੰਗ ਰੰਗਣ ਵਾਲਾ, ਆਪਾਂ ਸਾਰੇ ਬੀਬੀਆਂ ਭੈਣਾਂ ਜਾਣਦੀਆਂ ਨੇ ਕਿ ਦੁਪੱਟਿਆਂ ਨੂੰ ਰੰਗਾਉਂਦੇ ਆ, ਵੀਰ ਪੱਗਾਂ ਰੰਗਾਉਂਦੇ ਨੇ, ਕਈ ਜਿਹੜੇ ਸ਼ੌਕੀਨ ਨੇ ਪੱਗਾਂ ਦੇ। ਹੁਣ ਸਿਰ ਤੇ ਰੱਖੀ ਹੋਈ ਪੱਗ ਜਾਂ ਸਿਰ ਤੇ ਲਈ ਹੋਈ ਚੁੰਨੀ ਤੇ ਨਹੀਂ ਨਾ ਰੰਗੀ ਜਾ ਸਕਦੀ, ਸਮਰਪਣ ਕਰਨਾ ਪੈਂਦਾ। ਇਵੇਂ ਹੀ ਜਦੋਂ ਲਲਾਰੀ ਨੂੰ, ਰੰਗ ਰੰਗਣ ਵਾਲੇ ਨੂੰ ਜਦੋਂ ਅਸੀਂ ਦੁਪੱਟਾ ਦਿੰਦੇ ਹਾਂ, ਫਿਰ ਉਹ ਰੰਗ ਆਉਂਦਾ ਹੈ। ਇਵੇਂ ਇਹ ਮਨ ਗੁਰੂ ਨੂੰ ਦੇਣਾ। ਜਦੋਂ ਇਹ ਮਨ ਗੁਰੂ ਨੂੰ ਸਮਰਪਣ ਹੋਵੇਗਾ, ਫਿਰ ਇਸ ਮਨ ਉੱਤੇ ਸੱਚ ਦਾ ਰੰਗ ਚੜ੍ਹੇਗਾ। ਸਾਹਿਬ ਕਹਿੰਦੇ, ਜੇ ਤੂੰ ਸੁੱਖ ਚਾਹੁੰਨਾ, ਜੇ ਤੂੰ ਸਦੀਵੀ ਆਤਮਿਕ ਆਨੰਦ ਚਾਹੁੰਨਾ, ਜੇ ਸਦੀਵੀ ਖੇੜਾ ਚਾਹੁੰਨਾ, ਕੀ ਕਰ? ਗੁਰ ਸ਼ਰਨਾਈ, ਗੁਰੂ ਦੇ ਚਰਨਾਂ ਵਿੱਚ, ਗੁਰੂ ਜੀ ਦੇ ਗਿਆਨ ਦੇ ਅੱਗੇ, ਗੁਰੂ ਦੀ ਮੱਤ ਨੂੰ ਲੈ ਤੇ ਆਪਣੀ ਮੱਤ ਛੱਡ ਕੇ ਆਪਣੇ ਆਪ ਨੂੰ ਸਮਰਪਣ ਕਰ ਦੇ। ਫਿਰ ਕੀ ਹੋਵੇਗਾ? ਸੁੱਖ ਲੈ ਹੈ ਤਾਂ ਤੈਨੂੰ ਆਤਮਿਕ ਸੁੱਖ, ਆਤਮਾ ਦਾ ਸੁੱਖ, ਸਰੀਰੀ ਸੁੱਖ ਨਹੀਂ, ਆਤਮਾ ਦਾ ਸੁੱਖ। ਕਿਉਂਕਿ ਜੇ ਆਤਮਾ ਸੁਖੀ ਹੈ, ਸਰੀਰ ਵੀ ਸੁਖੀ ਰਵੇ। ਜੇ ਆਤਮਾ ਹੀ ਦੁਖੀ ਹੈ, ਭਾਵੇਂ ਕਿਸੇ ਮਨੁੱਖ ਨੂੰ ਸਵਰਗਾਂ ਦੇ ਵਿੱਚ ਬਿਠਾ ਦਿਓ, ਪਰ ਜੇ ਉਹਦੀ ਆਤਮਾ ਦੁਖੀ, ਉਹਦੇ ਵਾਸਤੇ ਸਵਰਗ ਵੀ ਜ਼ਹਿਰ ਹੈ। ਜੇ ਆਤਮਾ ਸੁਖੀ ਹੈ, ਉਹ ਗਰੀਬੀ ਦੇ ਵਿੱਚ ਵੀ ਜੀਵਨ ਜੀ ਲਏਗਾ। ਸਭ ਕਹਿੰਦੇ ਆਤਮਾ ਦਾ ਸੁੱਖ ਹੋਣਾ, ਆਤਮਿਕ ਸੁੱਖ ਹੋਣਾ ਬੜਾ ਜ਼ਰੂਰੀ ਹੈ। ਗੁਰਮਤਿ ਆਤਮਿਕ ਸੁੱਖ ਦਿੰਦੀ ਹੈ। ਸਰੀਰਾਂ ਦੇ ਸੁੱਖਾਂ ਮੰਨਣ ਵਾਲੇ, ਕੋਈ ਮਨੁੱਖ ਆਖੇ ਮੇਰੇ ਕੋਲ ਬੜਾ ਵੱਡਾ ਬੰਗਲਾ ਹੈ, ਕੋਈ ਆਖੇ ਮੇਰੇ ਕੋਲ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਨੇ, ਮਹਿੰਗੇ ਤੋਂ ਮਹਿੰਗੇ ਬਿਸਤਰੇ ਨੇ, ਪਰ ਜੇ ਉਹਦੇ ਵਿੱਚ ਆਨੰਦ ਹੀ ਨਹੀਂ, ਪਰਿਵਾਰਕ ਜੀਵਨ ਹੀ ਸੁਖੀ ਨਹੀਂ, ਨਿਤ ਉੱਥੇ ਪਰੇਸ਼ਾਨੀਆਂ, ਈਰਖਾ, ਨਫ਼ਰਤ ਦੇ ਝੋਰੇ ਨੇ, ਨਿਤ ਉਸ ਸੰਸਾਰ ਦੇ ਵਿੱਚ ਉਹ ਘਰ ਇੱਕ ਨਰਕ ਦਾ ਦੁਆਰ ਬਣਿਆ ਪਿਆ, ਫਿਰ ਉਸ ਸਰੀਰ ਦੇ ਸੁੱਖ ਕਿਸਮੇ ਨੇ? ਏਸੀ ਰਿਮੋਟ ਨੱਪਿਆਂ ਜਿੱਤੇ ਏਸੀ ਚੱਲ ਜਾਵੇ, ਰਿਮੋਟ ਨੱਪਿਆਂ ਟੀਵੀ ਚੱਲ ਜਾਵੇ, ਬੈੱਡ ਬੜਾ ਆਲੀਸ਼ਾਨ ਹੋਵੇ, ਪਰ ਜਿਹੜੀ ਉਸ ਸਰੀਰ ਵਿੱਚ ਬੈਠੀ ਆਤਮਾ ਪਰੇਸ਼ਾਨ ਤੇ ਦੁਖੀ ਹੋਵੇ, ਫਿਰ ਐਸੇ ਸੁੱਖ ਕਿਸ ਕੰਮ ਦੇ? ਸਮਝ ਅਸਲੀ ਇਹ ਹੈ ਕਿ ਆਤਮਾ ਦਾ ਸੁਖੀ ਹੋਣਾ ਬੜਾ ਜ਼ਰੂਰੀ ਹੈ। ਤੇ ਆਤਮਾ ਸੁਖੀ ਹੁੰਦੀ ਹੈ ਜਦੋਂ ਇਸ ਆਤਮਾ ਨੂੰ ਸੱਚ ਦਾ ਭੋਜਨ ਮਿਲਦਾ ਹੈ। ਜੇ ਆਤਮਾ ਨੂੰ ਅਸੀਂ ਝੂਠ ਦਾ ਭੋਜਨ ਦੇਵਾਂਗੇ ਸਰੀਰ ਨੂੰ ਸੁੱਖ ਦੇਣ ਵਾਸਤੇ, ਸਰੀਰ ਦਾ ਸੁੱਖ ਆਤਮਾ ਦਾ ਸੁੱਖ ਨਹੀਂ ਹੈ, ਗੱਲ ਚੇਤੇ ਰੱਖਿਓ। ਆਤਮਾ ਸੁਖੀ ਹੋਵੇਗੀ, ਸਰੀਰ ਬਿਮਾਰੀਆਂ ਤੋਂ, ਰੋਗਾਂ ਤੋਂ ਰਹਿਤ ਹੋਵੇਗਾ। ਜੇ ਆਤਮਾ ਦੁਖੀ ਆ ਨਾ, ਤੇ ਸਰੀਰ ਨੂੰ ਅਸੀਂ ਕੰਫਰਟ ਜ਼ੋਨ ਵਿੱਚ ਰੱਖਿਆ ਹੈ, ਤੇ ਚੇਤਾ ਰੱਖਿਓ ਸਰੀਰ ਰੋਗੀ ਹੋ ਜਾਵੇਗਾ, ਬਿਮਾਰ ਹੋ ਜਾਵੇਗਾ। ਸੋ ਆਤਮਾ ਦੀ ਚੜ੍ਹਦੀ ਕਲਾ ਬੜੀ ਜ਼ਰੂਰੀ ਹੈ, ਜਿਹਨੂੰ ਵਿਲ ਪਾਵਰ ਕਹਿੰਦੇ ਆ, ਆਤਮਾ ਦੀ ਮਜ਼ਬੂਤੀ। ਸਾਹਿਬ ਕਹਿੰਦੇ ਗੁਰ ਸ਼ਰਨਾਈ, ਗੁਰੂ ਨੂੰ ਆਪਣਾ ਆਪਾ ਸਮਰਪਣ ਕਰਦੇ, ਸਰੈਂਡਰ ਕਰਦੇ, ਸੁੱਖ ਲੈ ਹੈ ਤਾਂ ਤੈਨੂੰ ਆਤਮਾ ਦਾ ਸੁੱਖ ਮਿਲੇਗਾ।
ਅੰਦਿਨ ਨਾਮ ਧਿਆਏ। ਅੰਦਿਨ ਦਾ ਅਰਥ ਹੈ ਦਿਨ ਰਾਤ, ਹਰ ਵੇਲੇ, ਹਰ ਸਮਾਂ, ਹਰ ਪਲ, ਹਰ ਘੜੀ। ਫਿਰ ਤੇਰਾ ਇਹ ਮਨ ਗੁਰੂ ਦੀ ਮੱਤ, ਪ੍ਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲਵੇ। ਫਿਰ ਨਿਤ ਤੇਰੇ ਜੀਵਨ ਦੇ ਵਿੱਚ ਇੱਕ ਨਾਮ ਪਰਮਾਤਮਾ ਵਾਹਿਗੁਰੂ ਦਾ ਅਟਲ ਸਿਧਾਂਤ ਤੇਰੇ ਜੀਵਨ 'ਚ ਘਰ ਕਰ ਜਾਵੇਗਾ। ਉਹ ਵਾਹਿਗੁਰੂ ਦੇ ਹੁਕਮ ਦੇ ਉੱਪਰ ਤੇਰਾ ਜੀਵਨ ਤੁਰਨਾ ਸ਼ੁਰੂ ਹੋ ਜਾਵੇਗਾ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਅੱਜ ਦੇ ਬਚਨਾਂ ਦਾ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਹੈ। ਸਾਹਿਬ ਕਹਿੰਦੇ, ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਸੁਖ ਸਾਗਰ, ਆਤਮਿਕ ਸੁੱਖਾਂ ਦਾ ਸਮੁੰਦਰ। ਸਾਗਰ ਦਾ ਅਰਥ ਹੈ ਸੀ, ਸਮੁੰਦਰ। ਕਹਿੰਦੇ ਆਤਮਿਕ ਸੁੱਖਾਂ ਦਾ ਜਿਹੜਾ ਸਮੁੰਦਰ ਹੈ ਨਾ, ਹਰ ਨਾਮ ਹੈ। ਉਹ ਪ੍ਰਮਾਤਮਾ ਦਾ ਗਿਆਨ ਹੈ, ਪ੍ਰਮਾਤਮਾ ਨਾਲ ਇੱਕਮਿਕ ਹੋਣਾ ਹੈ, ਪ੍ਰਮਾਤਮਾ ਦੇ ਨਾਮ ਨੂੰ ਜੀਵਨ 'ਚ ਵਸਾਉਣਾ ਹੈ, ਉਹਦੇ ਹੁਕਮ ਦੇ ਮੁਤਾਬਕ ਉਹਨੂੰ ਉਹਦੇ ਹੀ ਦਿੱਤੇ ਹੋਏ ਗਿਆਨ ਦੇ ਮੁਤਾਬਕ ਉਹਦੀ ਰਜ਼ਾ ਤੇ ਉਹਦੇ ਭਾਣੇ ਨੂੰ ਐਕਸੈਪਟ ਕਰਨਾ ਹੈ। ਸੁਖ ਸਾਗਰ ਹਰ ਨਾਮ ਹੈ। ਸੁੱਖਾਂ ਦਾ ਸਾਗਰ, ਆਤਮਿਕ ਸੁੱਖਾਂ ਦਾ ਸਮੁੰਦਰ, ਪ੍ਰਮਾਤਮਾ ਦਾ ਹੁਕਮ ਦੇ ਉੱਪਰ ਤੁਰਨਾ ਹੈ, ਗੁਰਮੁਖ ਪਾਇਆ ਜਾਏ। ਪਰ ਇਹ ਆਤਮਿਕ ਸੁੱਖਾਂ ਦਾ ਸਮੁੰਦਰ ਮਿਲਦਾ ਕਿਵੇਂ ਹੈ? ਗੁਰੂ ਦੇ ਸਨਮੁਖ ਰਹਿ ਕੇ, ਗੁਰਮੁਖ ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਦੇ ਗਿਆਨ ਨੂੰ ਜੀਵਨ 'ਚ ਵਸਾ ਕੇ, ਗੁਰੂ ਦੀ ਮੱਤ ਤੇ ਤੁਰਿਆ ਹੀ ਇਹ ਆਤਮਿਕ ਸੁੱਖਾਂ ਦਾ ਸਮੁੰਦਰ ਮਿਲਦਾ ਹੈ, ਪਾਇਆ ਜਾਏ, ਮਿਲ ਜਾਂਦਾ ਹੈ। ਫਿਰ ਇਹ ਕਦੀ ਵੀ ਦੁੱਖਾਂ ਵਿੱਚ ਤਬਦੀਲ ਨਹੀਂ ਹੁੰਦਾ। ਅੰਦਿਨ ਨਾਮ ਧਿਆਈਐ, ਸਹਿਜੇ ਨਾਮ ਸਮਾਏ। ਫਿਰ ਦਿਨ ਰਾਤ ਇਹ ਮਨ ਜਿਹੜਾ ਪਹਿਲਾਂ ਚੰਚਲ ਸੀ, ਜੋ ਪ੍ਰਮਾਤਮਾ ਦੇ ਨਾਮ ਤੋਂ ਦੌੜਦਾ ਸੀ, ਜੋ ਸੰਸਾਰੀ ਲੋਕਾਂ ਦੀ ਸਿਫਤ ਸਲਾਹ ਤੇ ਬੜੀ ਕਰਦਾ ਸੀ, ਸੰਸਾਰੀ ਲੋਕਾਂ ਦੀਆਂ ਚਾਪਲੂਸੀਆਂ ਦੇ ਵਿੱਚ ਲੱਗਾ ਰਹਿੰਦਾ ਸੀ, ਹੁਣ ਸੰਸਾਰ ਦੇ ਲੋਕਾਂ ਦੀਆਂ ਚਾਪਲੂਸੀਆਂ ਛੱਡ ਕੇ ਇੱਕ ਸੱਚੇ ਨਿਰੰਕਾਰ ਪ੍ਰਮਾਤਮਾ ਦੀ ਓਟ ਇਸ ਆਤਮਿਕ ਮਨ ਨੇ ਧਰ ਲਈ ਹੈ। ਹੁਣ ਜਦੋਂ ਤੋਂ ਅਕਾਲ ਪੁਰਖ ਦੀ ਓਟ ਧਰੀ ਹੈ, ਇੱਕ ਅਕਾਲ ਪੁਰਖ ਦਾ ਆਸਰਾ ਤੱਕਿਆ ਹੈ, ਹੁਣ ਦਿਨ ਰਾਤ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵਸਿਆ ਰਹਿੰਦਾ ਹੈ। ਸਾਰੀ ਕਾਇਨਾਤ ਵਿੱਚ ਵਸਦਾ ਰੱਬ ਦਿਸਣ ਲੱਗ ਪਿਆ ਹੈ, ਸਾਰੇ ਬਰਾਬਰ ਨਜ਼ਰ ਆਉਣ ਲੱਗ ਪਏ ਨੇ। ਹੁਣ ਸਾਰਿਆਂ ਦੇ ਨਾਲ ਪਿਆਰ ਹੈ, ਕਿਸੇ ਦੇ ਨਾਲ ਕੋਈ ਈਰਖਾ ਨਫ਼ਰਤ ਜੀਵਨ ਵਿੱਚ ਨਹੀਂ ਰਹੀ। ਸਹਿਜੇ ਨਾਮ ਸਮਾਏ। ਹੁਣ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਪ੍ਰੈਕਟਿਸ ਕਰਦਿਆਂ ਕਰਦਿਆਂ, ਸੱਚ ਦੇ ਰਸਤੇ ਤੇ ਤੁਰਦਿਆਂ ਤੁਰਦਿਆਂ ਇੱਕ ਦਿਨ ਐਸਾ ਆਇਆ ਜਿੱਦਣ ਪਰਮਾਤਮਾ ਦੇ ਨਾਲ ਮੇਰੀ ਸਾਂਝ ਬਣ ਗਈ, ਜਿੱਦਣ ਇਹ ਮਨ ਨਿਰੰਕਾਰ ਵਿੱਚ ਅਭੇਦ ਹੋ ਗਿਆ, ਜਿੱਦਣ ਹਰਜਨ ਵਰਗਾ ਪਰਮਾਤਮਾ ਵਰਗਾ ਹਰਜਨ ਹੋ ਗਿਆ, ਜਿੱਦਣ ਧੰਨ ਗੁਰੂ ਸਤਿਗੁਰੂ ਪਾਤਸ਼ਾਹ ਦੇ ਘਰ ਤੋਂ ਵਰਸੋਏ ਭਗਤ ਸਾਹਿਬਾਨ ਕਹਿੰਦੇ ਐਸੀ ਅਵਸਥਾ ਬਣ ਗਈ ਹੈ, ਅਬ ਤੋਹੀ ਮੋਹੀ ਅੰਤਰ ਕੈਸਾ। ਹੁਣ ਤੇਰੇ ਮੇਰੇ ਵਿੱਚ ਕੋਈ ਫਰਕ ਹੀ ਨਹੀਂ ਰਿਹਾ। ਹੁਣ ਤੇ ਤੂੰ ਹੀ ਤੂੰ ਹੈ, ਮੈਂ ਨਾਂ ਦੀ ਚੀਜ਼ ਹੀ ਜੀਵਨ ਚੋਂ ਮੁੱਕ ਗਈ ਹੈ। ਜਿਹੜਾ ਪਹਿਲਾਂ ਜੀਵਨ ਮੈਂ ਕਰਦਾ ਸੀ, ਹੁਣ ਤੂੰ ਕਰਦਾ। ਹੁਣ ਤੇਰੇ ਬਿਨਾਂ ਕੋਈ ਹੋਰ ਹੈ ਹੀ ਨਹੀਂ। ਹੁਣ ਕੋਈ ਪੁੱਛਦਾ ਹੈ ਇਹ ਘਰ ਕਿਹਦਾ ਹੈ? ਪਹਿਲਾਂ ਮੈਂ ਕਹਿੰਦਾ ਸੀ ਇਹ ਮੇਰਾ ਹੈ, ਪਰ ਹੁਣ ਜਿੱਦਣ ਦਾ ਤੇਰੇ ਨਾਲ ਸਮਾਈ ਹੋਈ ਹੈ, ਹੁਣ ਇਹੀ ਨਿਕਲਦਾ ਹੈ ਰੱਬ ਦਾ, ਮੇਰਾ ਹੈ ਹੀ। ਇੱਕ ਸੰਸਾਰ ਪ੍ਰਮਾਤਮਾ ਦਾ ਹੈ, ਇਹ ਘਰ ਪ੍ਰਮਾਤਮਾ ਦਾ ਹੈ, ਇਹ ਜੀਵਨ ਪ੍ਰਮਾਤਮਾ ਦਾ ਹੈ। ਹੁਣ ਕੋਈ ਮੇਰ ਤੇਰ, ਕੋਈ ਊਚ ਨੀਚ ਵਾਲੀ ਗੱਲ ਜੀਵਨ 'ਚ ਰਹੀ ਨਹੀਂ। ਪਹਿਲਾਂ ਘਰ ਦੀਆਂ ਦੀਵਾਰਾਂ ਦੇ ਉੱਤੇ ਆਪਣੀ ਆਹੰਗ ਦੀਆਂ ਪਲੇਟਾਂ ਲਾ ਕੇ ਘੁੰਮਦਾ ਸਾਂ, ਇਹ ਫਲਾਣੇ ਦਾ ਘਰ ਹੈ, ਇਹ ਮੇਰਾ ਘਰ ਹੈ। ਹੁਣ ਮੈਂ ਪੁੱਛਦਾ ਮੈਨੂੰ ਕੋਈ ਵੀ, ਭਾਈ ਸਾਹਿਬ ਜੀ ਤੁਹਾਡਾ ਘਰ ਕਿਹੜਾ ਹੈ? ਤੇ ਇਹ ਗੱਲ ਸਮਝ ਪੈ ਗਈ ਹੈ, ਇਸ ਸੰਸਾਰ ਤੇ ਮੇਰਾ ਘਰ, ਮੇਰਾ ਘਰ ਨਿਰੰਕਾਰ ਹੈ। ਹੁਣ ਇਹੀ ਮੈਂ ਕਹਿੰਦਾ ਰੱਬ ਦਾ ਘਰ ਹੈ, ਮੇਰਾ ਨਹੀਂ। ਉਹਨੇ ਮੇਰੇ ਤੇ ਕਿਰਪਾ ਕੀਤੀ ਹੈ ਕਿ ਮੈਨੂੰ ਇਸ ਘਰ ਦੇ ਵਿੱਚ ਵਸਣ ਦੀ ਸ਼ਕਤੀ ਤੇ ਤਾਕਤ ਬਖਸ਼ੀ ਹੈ। ਹੁਣ ਦਿਨ ਰਾਤ ਉਹਦੇ ਚਰਨਾਂ ਦੇ ਵਿੱਚ ਹੀ ਚਿੱਤ ਜੁੜਿਆ ਰਹਿੰਦਾ ਹੈ। ਅੰਦਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ। ਕਹਿੰਦੇ ਐਸੇ ਗੁਰੂ ਦੇ ਸਿੱਖ ਦੇ ਹਿਰਦੇ ਦੇ ਅੰਦਰ ਰਚੈ,
ਰਚੈ ਦਾ ਅਰਥ ਹੈ ਵਸ ਜਾਂਦਾ ਹੈ, ਹਿਰਦੇ ਦੇ ਵਿੱਚ ਰਚ ਜਾਂਦਾ ਹੈ। ਹਰ ਸੱਚ ਸਿਉ ਇਹਦੇ ਨਾਲ, ਸੱਚੇ ਪ੍ਰਮਾਤਮਾ ਦੇ ਨਾਲ, ਉਹਦੇ ਸੱਚਾਈ ਦੇ ਨਾਲ, ਉਹਦੇ ਸੱਚੇ ਪ੍ਰੇਮ ਦੇ ਨਾਲ ਹਰ ਵਕਤ ਹੁਣ ਇਹ ਹਿਰਦਾ ਪਰਮਾਤਮਾ ਦੇ ਸੱਚੇ ਪ੍ਰੇਮ ਦੇ ਵਿੱਚ ਰਚ ਗਿਆ ਹੈ, ਰੰਗ ਗਿਆ ਹੈ। ਰਸਨਾ ਹਰ ਗੁਣ ਗਾਏ। ਤੇ ਜੀਭ ਕੀ ਕਰ ਰਹੀ ਹੈ? ਜਿਹੜੀ ਪਹਿਲਾਂ ਮੰਦੇ ਬੋਲ ਬੋਲਦੀ ਸੀ, ਕਿਉਂਕਿ ਜੋ ਕੁਝ ਮੇਰੇ ਅੰਦਰ ਰਚਿਆ ਹੋਇਆ ਸੀ ਉਹ ਜੀਭ ਤੋਂ ਬਾਹਰ ਨਿਕਲਦਾ ਸੀ। ਅੱਜ ਤੱਕ ਮੇਰੇ ਅੰਦਰ ਕੀ ਰਚਿਆ ਸੀ? ਮੈਲ ਰਚੀ ਸੀ। ਪਤਾ ਨਹੀਂ ਕਿੰਨਿਆਂ ਲੋਕਾਂ ਦੇ ਨਾਲ ਦੁਸ਼ਮਣੀਆਂ ਆਪਣੇ ਚਿੱਤ ਵਿੱਚ ਵਸਾ ਕੇ ਬੈਠਾ ਸੀ। ਕਿਤਨੀ ਤਗੜੀ ਅਵਗੁਣਾਂ ਦੀ ਪੰਡ ਆਪਣੇ ਮਨ ਤੇ ਬਿਠਾਈ ਹੋਈ ਸੀ। ਪਤਾ ਨਹੀਂ ਕਿੰਨੀ ਗੰਦਗੀ ਦੀਆਂ ਸੋਚਾਂ ਮੇਰੇ ਅੰਦਰ ਪਈਆਂ ਹੋਈਆਂ ਸਨ। ਹੁਣ ਉਹ ਗੰਦਗੀ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਸੀ, ਜਿਹੜੀ ਭਾਸ਼ਾ ਨਿਕਲਦੀ ਸੀ, ਉਹ ਵੀ ਗੰਦੀ ਨਿਕਲਦੀ ਸੀ। ਪਰ ਜਦੋਂ ਇਹ ਮਨ ਸੱਚੇ ਪ੍ਰਮਾਤਮਾ ਦੇ ਨਾਲ ਰਚ ਗਿਆ, ਉਹਦੇ ਪ੍ਰੇਮ ਦੇ ਵਿੱਚ ਸਮੋ ਗਿਆ, ਉਹਦੇ ਪ੍ਰੇਮ ਦੇ ਵਿੱਚ ਟਿਕ ਗਿਆ, ਅੰਦਰ ਰਚੈ ਹਰ ਸੱਚ ਸਿਉ, ਜਦੋਂ ਅੰਦਰ ਦੇ ਵਿੱਚ ਇਹ ਮਨ ਦੀ ਰਚਨਾ ਪ੍ਰਮਾਤਮਾ ਨਾਲ ਹੋ ਗਈ, ਇਹ ਰਚ ਗਿਆ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ, ਹੁਣ ਰਸਨਾ ਹਰ ਗੁਣ ਗਾਏ। ਹੁਣ ਜੀਭ ਤੋਂ ਮਾੜੇ ਸ਼ਬਦ ਨਹੀਂ ਨਿਕਲਦੇ, ਹੁਣ ਜੀਭ ਤੋਂ ਚੜ੍ਹਦੀ ਕਲਾ ਦੇ ਬੋਲ, ਸੱਚ ਦੇ ਬੋਲ, ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਮਿੱਠੇ ਪਿਆਰੇ ਪ੍ਰਭਾਵਸ਼ਾਲੀ, ਲੋਕਾਂ ਨਾਲ ਪਿਆਰ ਕਰਨ ਵਾਲੇ, ਮੈਂ ਦੀ ਜਗ੍ਹਾ ਤੇ ਤੂੰ ਦੇ ਬੋਲ ਹੁਣ ਜੀਭ ਚੋਂ ਨਿਕਲਣ ਲੱਗ ਪਏ ਨੇ। ਹੁਣ ਅਹੰਗ ਦੀ ਸ਼ਬਦਾਵਲੀ ਨਹੀਂ, ਅਤ ਨਿਮਰਤਾ ਤੇ ਪ੍ਰੇਮ ਦੀ ਸ਼ਬਦਾਵਲੀ ਮੁਖ ਤੋਂ ਹੈ। ਹੁਣ ਹਰ ਵਕਤ ਇਹ ਮੁਖ ਸੱਚੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਕੇ ਜੀਵਨ ਸਫਲਾ ਕਰ ਰਿਹਾ ਹੈ। ਭਾਈ ਰੇ ਜਗ ਦੁਖੀਆ ਦੂਜੈ ਭਾਏ, ਸਭ ਕਹਿੰਦੇ ਹੇ ਮੇਰੇ ਵੀਰ, ਇਹ ਜਿਹੜਾ ਸੰਸਾਰ ਆ ਨਾ, ਜੇ ਤੂੰ ਪ੍ਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਮਾਇਕ ਪਦਾਰਥਾਂ ਦੇ ਪਿੱਛੇ ਦੌੜੇਗਾ, ਕੇਵਲ ਦੁਨਿਆਵੀ ਪਦਾਰਥਾਂ ਦੇ ਪਿੱਛੇ ਜ਼ਿੰਦਗੀ ਬਤੀਤ ਕਰੇਗਾ, ਇਹਨੇ ਆਤਮਿਕ ਸੁੱਖ ਨਹੀਂ ਦੇਣਾ, ਇਹਨੇ ਤੈਨੂੰ ਦੁੱਖ ਹੀ ਦੇਣਾ ਹੈ, ਮੁਸੀਬਤਾਂ ਹੀ ਦੇਣੀਆਂ ਨੇ, ਇਹਨੇ ਤੇਰੇ ਅੰਦਰ ਝਗੜੇ ਝਮੇਲੇ ਹੀ ਪੈਦਾ ਕਰਨੇ ਹਨ। ਗੁਰੂ ਸ਼ਰਣਾਈ ਸੁਖ ਲਹੈ, ਅੰਦਨ ਨਾਮ ਤੇ ਆਏ। ਤੂੰ ਗੁਰੂ ਨੂੰ ਸਮਰਪਣ ਕਰ ਦਵੇਂ ਨਾ ਜੇ ਆਪਣਾ, ਸਤਿਗੁਰੂ ਕੀ ਸ਼ਰਨ ਵਿੱਚ ਆ ਕੇ ਆਪਣਾ ਅਹੰਗ ਗੁਰੂ ਦੇ ਅੱਗੇ ਰੱਖ ਦਵੇਂ, ਆਪਣਾ ਲੋਭ ਲਾਲਚ ਸਮਰਪਣ ਕਰ ਦਵੇਂ, ਆਪਣੇ ਮਨ ਨੂੰ ਗੁਰੂ ਦੇ ਅੱਗੇ ਟਿਕਾ ਦਵੇਂ, ਹਾਂ ਕੁਝ ਪ੍ਰਾਪਤੀ ਹੋ ਸਕਦੀ ਹੈ। ਸੁੱਖ ਲੈ ਹੈ ਤੇਰੇ ਅੰਦਰ, ਤੈਨੂੰ ਆਤਮਿਕ ਸੁੱਖ ਮਿਲ ਸਕਦੇ ਹਨ। ਅੰਦਿਨ ਨਾਮ ਤੇ ਆਏ, ਤੇ ਦਿਨ ਰਾਤ ਤੇਰਾ ਮਨ ਗੁਰੂ ਦੇ ਚਿੰਤਨ ਵਿੱਚ, ਪਰਮਾਤਮਾ ਦੇ ਪ੍ਰੇਮ ਦੇ ਵਿੱਚ ਟਿਕ ਸਕਦਾ ਹੈ। ਸਾਚੇ ਮੈਲ ਨ ਲਾਗਈ, ਮਨ ਨਿਰਮਲ ਹਰ ਧਿਆਏ। ਕਹਿੰਦੇ ਜਿਸ ਮਨੁੱਖ ਦੇ ਅੰਦਰ ਸੱਚਾਈ ਟਿਕ ਜਾਂਦੀ ਹੈ, ਜਿਹਦਾ ਹਿਰਦਾ ਸ਼ੁੱਧ ਤੇ ਨਿਰਮਲ ਤੇ ਸੱਚਾ ਹੋ ਜਾਂਦਾ ਹੈ, ਜੋ ਆਪਣੇ ਵਿੱਚੋਂ ਝੂਠ ਕੱਢ ਕੇ ਬਾਹਰ ਸੁੱਟ ਦਿੰਦਾ ਹੈ, ਕੂੜ ਜੀਵਨ ਦੇ ਵਿੱਚੋਂ ਮੁਕਾ ਦਿੰਦਾ ਹੈ, ਕਹਿੰਦੇ ਫਿਰ ਉੱਥੇ ਮੈਲ ਨਹੀਂ ਵਿਕਾਰਾਂ ਦੀ ਲੱਗਦੀ। ਸੁਚੇਤ ਹੋ ਜਾਂਦਾ ਹੈ ਐਸਾ ਮਨੁੱਖ ਅੰਦਰੋਂ ਬਾਹਰੋਂ। ਉਹ ਆਪਣੇ ਅੰਦਰ ਅਗਿਆਨਤਾ ਦੀ ਕੋਈ ਗੱਲ, ਵਿਕਾਰਾਂ ਦੀ ਗੰਦਗੀ, ਕੋਈ ਮੰਦੇ ਖਿਆਲ ਆਪਣੇ ਅੰਦਰ ਫਿਰ ਨਹੀਂ ਆਉਣ ਦਿੰਦਾ, ਕਿਉਂਕਿ ਉਹਦੇ ਹਿਰਦੇ ਵਿੱਚ ਸੱਚ ਟਿਕ ਜਾਂਦਾ। ਸਾਚੇ ਮੈਲ ਨ ਲੱਗ ਗਈ, ਜਿੱਥੇ ਸੱਚਾ ਪ੍ਰਮਾਤਮਾ ਦਾ ਪ੍ਰੇਮ ਟਿਕ ਗਿਆ, ਉੱਥੇ ਵਿਕਾਰਾਂ ਦੀ ਮੈਲ ਨਹੀਂ ਲੱਗੂਗੀ। ਮਨ ਨਿਰਮਲ ਹਰ ਧਿਆਏ, ਤੇ ਮਨ ਐਸਾ ਪਵਿੱਤਰ ਤੇ ਚੜ੍ਹਦੀ ਕਲਾ ਵਿੱਚ ਚਲਾ ਜਾਵੇਗਾ, ਮੈਲ ਤੋਂ ਰਹਿਤ ਹੋ ਜਾਵੇਗਾ, ਤੇ ਐਸੇ ਨਿਰਮਲ ਪ੍ਰਮਾਤਮਾ ਨੂੰ ਸਦਾ ਹੀ ਇਹ ਮਨ ਫਿਰ ਗਾਉਂਦਾ ਰਹੇਗਾ, ਜੋ ਨਿਰੰਕਾਰ ਨਿਰੰਜਨ ਹੈ, ਮੈਲ ਤੋਂ ਰਹਿਤ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ। ਗੁਰਮੁਖ, ਗੁਰੂ ਦੇ ਸਨਮੁਖ, ਜਿੱਥੇ ਵੀ ਗੁਰਮੁਖ ਸ਼ਬਦ ਆਊਗਾ ਨਾ, ਮਨਮੁਖ ਹੈ, ਮਨ ਦੇ ਸਨਮੁਖ, ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਗੁਰਮੁਖ ਜੋ ਗੁਰੂ ਦੀ ਮੱਤ ਤੇ ਗੁਰੂ ਦੇ ਗਿਆਨ ਦੇ ਪਿੱਛੇ ਤੁਰਦਾ ਹੈ। ਗੁਰਮੁਖ ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਦੇ ਹੁਕਮ ਤੇ ਤੁਰ ਕੇ ਕੀ ਕਰਦਾ ਹੈ? ਸ਼ਬਦ ਪਛਾਣੀਐ। ਸ਼ਬਦ ਗੁਰੂ ਜੀ ਦੇ ਉਪਦੇਸ਼ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਗੁਰੂ ਜੀ ਦੀ ਬਾਣੀ, ਗੁਰੂ ਦੀ ਮੱਤ, ਗੁਰੂ ਦਾ ਗਿਆਨ ਗੁਰੂ ਸ਼ਬਦ ਤੋਂ ਲੈਂਦਾ ਹੈ। ਪਛਾਣੀਐ, ਤੇ ਪਛਾਣਦਾ ਹੈ ਉਹਦੇ ਵਿੱਚੋਂ ਕੀ?
ਹਰ ਅੰਮ੍ਰਿਤ ਨਾਮ ਸਮਾਏ। ਗੁਰੂ ਦੇ ਸ਼ਬਦ ਵਿੱਚ ਜੋ ਪ੍ਰਮਾਤਮਾ ਦੇ ਗਿਆਨ ਦਾ ਸੱਚਾ ਅੰਮ੍ਰਿਤ ਸਮੋਇਆ ਹੋਇਆ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜੀ ਅੰਮ੍ਰਿਤ ਆਤਮਿਕ ਆਨੰਦ ਤੇ ਖੇੜਾ ਦੇਣ ਵਾਲੀ, ਇਸ ਆਤਮਿਕ ਮੌਤ ਤੋਂ ਉੱਚਾ ਲੈ ਕੇ ਜਾਣ ਵਾਲਾ, ਜਿਹੜਾ ਅਮਰ ਕਰਨ ਵਾਲਾ ਸੱਚ ਉਪਦੇਸ਼ ਰੂਪੀ ਅੰਮ੍ਰਿਤ ਜੋ ਗੁਰੂ ਦੇ ਗਿਆਨ ਤੇ ਗੁਰੂ ਦੇ ਉਪਦੇਸ਼, ਗੁਰੂ ਦੇ ਸ਼ਬਦ ਵਿੱਚ ਸਮੋਇਆ ਹੋਇਆ ਹੈ, ਉਹ ਕਦੋਂ ਮਿਲਿਆ? ਜਦੋਂ ਮੈਂ ਗੁਰੂ ਜੀ ਨੂੰ ਆਪਣਾ ਆਪਾ ਸਮਰਪਣ ਕੀਤਾ। ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ। ਤੇ ਸਦਾ ਅਟਲ ਰਹਿਣ ਵਾਲੇ ਪਰਮਾਤਮਾ ਦਾ ਜਿਹੜਾ ਅੰਮ੍ਰਿਤ ਹੈ, ਜੋ ਜ਼ਿੰਦਗੀ ਨੂੰ ਅਮਰ ਕਰਨ ਵਾਲਾ ਹੈ, ਉਹ ਮੇਰੇ ਹਿਰਦੇ ਵਿੱਚ ਸਦਾ ਵਾਸਤੇ ਸਮੋ ਗਿਆ। ਹੁਣ ਦੂਰ ਪਰਮਾਤਮਾ ਤੋਂ ਹੋਣਾ ਅਸੰਭਵ ਹੋ ਗਿਆ ਹੈ। ਹੁਣ ਉਹਦੇ ਗਿਆਨ ਤੋਂ ਦੂਰ ਨਹੀਂ ਹੋਇਆ ਜਾਂਦਾ। ਹੁਣ ਹਰ ਵਕਤ ਉਹਦੇ ਨਾਲ ਇੱਕ ਮਿਕਤਾ ਹੈ, ਹਰ ਵਕਤ ਉਹਦੇ ਨਾਲ ਜੀਵਨ ਦੀ ਸਾਂਝ ਬਣੀ ਹੈ। ਗੁਰੂ ਗਿਆਨ ਪ੍ਰਚੰਡ ਬਲਾਏ ਆ। ਜਿਵੇਂ ਜਿਵੇਂ ਗੁਰੂ ਮੱਤ ਦਾ ਪ੍ਰਗਾਸ ਹੁੰਦਾ ਜਾ ਰਿਹਾ ਹੈ, ਦੇਖੋ ਇਹ ਐਕਸਪੀਰੀਅੰਸ ਹੈ, ਪ੍ਰੈਕਟੀਕਲ ਜੀਵਨ ਹੈ। ਜਿਵੇਂ ਜਿਵੇਂ ਅਸੀਂ ਗੁਰੂ ਸ਼ਬਦ ਨਾਲ ਜੁੜਦੇ ਹਾਂ ਨਾ, ਸਤਿਗੁਰੂ ਗੁਰੂ ਸ਼ਬਦ ਵਿੱਚੋਂ ਜਦੋਂ ਗਿਆਨ ਸਾਡਾ ਮਨ ਗ੍ਰਹਿਣ ਕਰਨ ਲੱਗਦਾ ਹੈ, ਸਮਝ ਪੈਣ ਲੱਗ ਜਾਂਦੀ ਹੈ ਵੀ ਇਹ ਪਖੰਡ ਹੈ, ਇਹ ਕਰਮ ਕਾਂਡ ਹੈ, ਇਹ ਸਭ ਕੁਝ ਆਲੇ ਦੁਆਲੇ। ਜਿਵੇਂ ਹੁਣ ਸ਼ਰਾਧਾਂ ਦੇ ਦਿਨ ਚੱਲ ਰਹੇ, ਹੁਣ ਸਾਡੀ ਸਿੱਖ ਕੌਮ ਵੀ ਇਹਦੇ ਪਿੱਛੇ ਕੰਬਲੀ ਹੋਈ ਫਿਰਦੀ ਹੈ। ਗੁਰਦੁਆਰਿਆਂ ਦੇ ਵਿੱਚ ਸ਼ਰਾਧਾਂ ਦੇ ਨਾਂ ਦੇ ਪ੍ਰਸ਼ਾਦੇ ਛਕਾਏ ਜਾਂਦੇ ਨੇ, ਬੀਬੀਆਂ ਅਰਦਾਸਾਂ ਕਰਾਉਂਦੀਆਂ ਨੇ ਵੀ ਇਹ ਸਾਡੀਆਂ ਅਰਦਾਸਾਂ ਜੀ, ਸਾਡੀ ਸ਼ਰਾਧਾਂ ਦੀਆਂ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਬਾਤ ਕਹਿ ਦਿੱਤੀ ਹੈ ਬਈ ਗੁਰਮਤ ਦੇ ਵਿੱਚ ਜੀਵਤ ਪਿਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾਈ। ਕਹਿੰਦੇ ਜਿਉਂਦਿਆਂ ਜੀ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ, ਮਰਨ ਤੋਂ ਬਾਅਦ ਸ਼ਰਾਧ ਕਰਾਉਣਾ ਫਿਰਦਾ, ਪਾਂਡਿਆਂ ਨੂੰ ਜਲੇਬੀਆਂ ਖੀਰਾਂ ਖਵਾਉਣਾ ਫਿਰਦਾ, ਕੀ ਫਾਇਦਾ ਹੈ? ਕੋਈ ਫਾਇਦਾ ਨਹੀਂ। ਇਹ ਸਾਡਾ ਵਹਿਮ ਹੈ, ਇਹ ਸਾਡੇ ਮਨ ਦੇ ਪਖੰਡ ਨੇ। ਸਤਿਗੁਰੂ ਗੁਰਮਤਿ ਤੇ ਰਾਹ, ਗਾਡੀ ਰਾਹ ਤੇ ਤੁਰਨ ਵਾਲਾ ਸਿੱਖ ਇਹਨਾਂ ਪਖੰਡਾਂ ਤੇ ਇਹਨਾਂ ਵਹਿਮਾਂ ਭਰਮਾਂ ਤੋਂ ਵਰਜਿਤ ਹੈ। ਉਹਨੂੰ ਇਹ ਕਰਮ ਨਹੀਂ ਕਰਨੇ। ਇਹ ਗੱਲ ਉਦੋਂ ਸਮਝ ਪੈਣ ਲੱਗ ਪੈਂਦੀ ਹੈ ਜਦੋਂ ਅਸੀਂ ਗੁਰਮਤ ਨਾਲ ਜੁੜਦੇ ਹਾਂ। ਅੱਜ ਅਸੀਂ ਕੇਵਲ ਗੁਰਬਾਣੀ ਪੜ੍ਹ ਰਹੇ ਹਾਂ, ਪਖੰਡ ਵੀ ਨਾਲ ਕਰੀ ਜਾ ਰਹੇ ਹਾਂ, ਅੰਨੀ ਸ਼ਰਧਾ ਦੇ ਵਿੱਚ ਵੀ ਡੁੱਬੀ ਜਾ ਰਹੇ ਹਾਂ। ਅਗਿਆਨਤਾ ਦਾ ਘੋਰ ਕੁੱਪ ਅੰਧੇਰ ਆਪਣੇ ਆਲੇ ਦੁਆਲੇ ਪਾਇਆ। ਜਿਵੇਂ ਕੋਈ ਮਨੁੱਖ ਮਾਚਿਸ ਦੀ ਤੀਲੀ ਬਾਲੇ ਤੇ ਫੂਕ ਮਾਰ ਕੇ ਬੁਝਾ ਦੇਵੇ, ਸਾਡੇ ਨਾਲ ਉਹੀ ਹੈ। ਅਸੀਂ ਗਿਆਨ ਦਾ ਦੀਵਾ ਬਾਲਦੇ ਜ਼ਰੂਰ ਹਾਂ, ਫਿਰ ਅਗਿਆਨਤਾ ਦੀ ਫੂਕ ਮਾਰ ਕੇ ਇਹਨੂੰ ਬੁਝਾ ਦਿੰਦੇ ਹਾਂ, ਕਿਉਂਕਿ ਸਾਡੇ ਅੰਦਰ ਸੱਚ ਸਮਾਈ ਨਹੀਂ ਪਾਉਂਦਾ। ਸਭ ਕਹਿੰਦੇ ਜਿੱਦਣ ਗੁਰੂ ਦੀ ਮੱਤ ਦਾ ਪ੍ਰਕਾਸ਼ ਹੋ ਗਿਆ ਨਾ, ਗੁਰੂ ਗਿਆਨ ਪ੍ਰਚੰਡ ਬੁਲਾਇਆ। ਪ੍ਰਚੰਡ ਦਾ ਅਰਥ ਹੈ ਤੇਜ, ਬਿਲਕੁਲ ਤੇਜ, ਐਸਾ ਕਿ ਜੋ ਮਾਫ ਕਰਨਾ, ਜੋ ਅੰਧੇਰ ਨੂੰ ਚੀਰਦਾ ਜਾਵੇ। ਸਭ ਕਹਿੰਦੇ ਜਦੋਂ ਗੁਰੂ ਦਾ ਗਿਆਨ ਦਾ ਤੇਜ ਹਿਰਦੇ ਵਿੱਚ ਪ੍ਰਚਲਿਤ ਹੋਇਆ ਨਾ, ਗੁਰੂ ਦਾ ਗਿਆਨ ਦਾ ਦੀਪਕ ਹਿਰਦੇ ਵਿੱਚ ਜਾ ਕੇ ਜਦੋਂ ਬਲਿਆ, ਅਗਿਆਨ ਅੰਧੇਰਾ ਜਾਏ, ਅਗਿਆਨਤਾ ਦਾ ਅੰਧੇਰਾ ਉਡਣ ਹੀ ਮਿਟ ਗਿਆ। ਹੁਣ ਅੰਧ ਵਿਸ਼ਵਾਸ ਤੇ ਬੇਸਮਝੀ ਦੂਰ ਹੋ ਗਈ ਜੀਵਨ ਚੋਂ। ਹੁਣ ਸੱਚ ਦੇ ਉੱਪਰ ਜੀਵਨ ਹੈ। ਮਨਮੁਖ ਮੈਲੇ ਮਲ ਭਰੇ, ਹਉ ਮੈਂ ਤ੍ਰਿਸ਼ਨਾ ਵਿਕਾਰ। ਸਭ ਕਹਿੰਦੇ ਜਿਹੜੀ ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨੁੱਖ ਆ, ਮੈਂ ਇੱਕ ਬੇਨਤੀ ਇੱਥੇ ਕਰਨੀ ਚਾਹੁੰਦਾ, ਇਹ ਨਾ ਸਮਝਿਓ ਕਿ ਮੈਂ ਰੋਜ਼ ਗੁਰਬਾਣੀ ਪੜ੍ਹਦਾ ਜਾਂ ਪੜ੍ਹਦੀ ਕਿ ਮੈਂ ਗੁਰਮੁਖ ਬਣ ਗਈ। ਆਪਣੇ ਅੰਦਰ ਝਾਤੀ ਜ਼ਰੂਰ ਮਾਰਿਓ। ਦੇਖੋ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ, ਰਲ ਮਿਲ ਕੇ ਸਿੱਖ ਰਹੇ ਹਾਂ, ਮੈਂ ਵੀ ਤੁਹਾਡੇ 'ਚ ਹੀ। ਇਹ ਜ਼ਰੂਰ ਵਿਚਾਰ ਕੇ ਦੇਖਿਓ, ਮੈਂ ਆਪਣੇ ਮਨ ਦੀ ਸੁਣਦਾ ਵਾਂ ਕਿ ਗੁਰੂ ਦੀ ਸੁਣਦਾ ਵਾਂ। ਇਹ ਪੁੱਛਿਓ ਜ਼ਰੂਰ ਆਪਣੇ ਮਨ। ਜੇ ਤੇ ਮਨ ਦੀਆਂ ਸੁਣ ਕੇ ਮੈਂ ਮਨ ਦੀਆਂ ਕਰ ਰਿਹਾ ਜਾਂ ਕਰ ਰਹੀ ਹਾਂ, ਫਿਰ ਭਾਵੇਂ ਮੈਂ ਜਿੰਨੇ ਮਰਜ਼ੀ ਬਾਣੀ ਦੇ ਪਾਠ ਕਰੀ ਜਾਵਾਂ, ਭਾਵੇਂ ਜਿੰਨਾ ਮਰਜ਼ੀ ਪਾਠੀ ਹੋਵਾਂ, ਜਿੰਨਾ ਮਰਜ਼ੀ ਸਹਿਜ ਪਾਠ ਕਰੀ ਜਾਵਾਂ, ਕਰਤੇ ਮੈਂ ਆਪਣੇ ਮਨ ਦੀ ਰਿਹਾ, ਗੁਰੂ ਨੂੰ ਤੇ ਮੈਂ ਚੁੱਪ ਹੀ ਕਰਕੇ ਬਿਠਾਇਆ, ਗੁਰੂ ਦੇ ਤੇ ਸੁਣ ਹੀ ਨਹੀਂ ਰਿਹਾ। ਫਿਰ ਅਸੀਂ ਇੱਕ ਸ਼ਬਦ ਵਰਤਦੇ ਹਾਂ, ਬੜਾ ਹੀ ਔਖਾ ਵਾ ਜੀ ਗੁਰੂ ਦੀ ਗੱਲ ਮੰਨਣੀ। ਸੰਸਾਰ 'ਚ ਰਹਿ ਕੇ ਕਿਸ ਤਰ੍ਹਾਂ ਗੁਰੂ ਦੀਆਂ ਗੱਲਾਂ ਮੰਨ ਲਈਏ? ਫਿਰ ਪਖੰਡੀ ਛੱਡ ਦਈਏ, ਫਿਰ ਗੁਰੂ ਦਾ ਲਾੜੀ ਛੱਡ ਦਈਏ, ਫਿਰ ਕਿਉਂ ਗੁਰੂ ਵਾਲੇ ਬੰਨੇ ਤੁਰਨਾ ਹੈ? ਕਿਉਂਕਿ ਜੇ ਗੁਰੂ ਨੂੰ ਕੇਵਲ ਭਰਮਾਉਣ ਤੇ ਪਖੰਡ ਵਾਸਤੇ ਹੀ ਮੰਨਣਾ ਹੈ, ਮੰਨਣਾ ਹੀ ਨਹੀਂ ਗੁਰੂ ਦੀ ਗੱਲ, ਤੇ ਫਿਰ ਫਾਇਦਾ ਕੀ? ਗੁਰੂ ਦੀ ਗੱਲ ਮੰਨਣੀ ਚਾਹੀਦੀ, ਸਵੀਕਾਰ ਕਰਨਾ ਚਾਹੀਦਾ ਹੈ ਗੁਰੂ ਸ਼ਬਦ, ਗੁਰੂ ਦਾ ਗਿਆਨ, ਗੁਰੂ ਦੀ ਮੱਤ ਲੈਣੀ ਚਾਹੀਦੀ। ਪਰ ਜੇ ਅਸੀਂ ਗੁਰੂ ਦਾ ਗਿਆਨ ਨਹੀਂ ਲੈ ਰਹੇ, ਫਿਰ ਅਸੀਂ ਗੁਰੂ ਵਾਲੇ ਬਣ ਕੇ ਵੀ ਮਨਮੁਖ ਹਾਂ।
ਕਿਉਂਕਿ ਗੁਰੂ ਦੀ ਬਾਤ ਨਹੀਂ ਮੰਨ ਰਹੇ। ਮਨ ਮੁਖ ਮੈਲੇ ਮਲ ਭਰੇ, ਸਭ ਕਹਿੰਦੇ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਮਨੁੱਖ ਸਦਾ ਮੈਲ ਨਾਲ ਭਰੇ ਰਹਿੰਦੇ ਹਨ। ਉਹਨਾਂ ਦੇ ਅੰਦਰ ਮੈਲੇ ਖਿਆਲ ਹਰ ਵਕਤ ਜਨਮ ਲੈਂਦੇ ਨੇ। ਉਹਨਾਂ ਦੇ ਅੰਦਰ ਮੈਲੀ ਸੋਚ ਹਰ ਵਕਤ ਉਜਾਗਰ ਰਹਿੰਦੀ ਹੈ। ਉਹਨਾਂ ਦੇ ਅੰਦਰ ਪ੍ਰਬਲ ਰਹਿੰਦੀ ਹੈ ਹਉਮੈ, ਤ੍ਰਿਸ਼ਨਾ, ਵਿਕਾਰ। ਉਹ ਹਰ ਵਕਤ ਮੈਂ ਵਿੱਚ ਲੱਗੇ ਰਹਿੰਦੇ ਹਨ। ਈਗੋ ਦੇ ਮਰੇ ਹੁੰਦੇ ਨੇ, ਹਉਮੈ ਹੰਕਾਰ ਵਿੱਚ ਡੁੱਬੇ ਹੁੰਦੇ ਨੇ, ਤੇ ਸਾਰੀ ਜ਼ਿੰਦਗੀ ਤ੍ਰਿਸ਼ਨਾ ਦੀ ਭੁੱਖ ਦੇ ਵਿੱਚ, ਤ੍ਰਿਸ਼ਨਾ ਦੀ ਭੁੱਖ ਦੇ ਵਿੱਚ ਤੜਫਦੇ ਹਨ। ਹੋਰ ਦੀ ਭੁੱਖ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ ਤੇ ਨਿਤ ਉਹਨਾਂ ਦਾ ਜੀਵਨ ਵਿਕਾਰੀ ਰਹਿੰਦਾ ਹੈ। ਬਿਨ ਸ਼ਬਦੈ ਮੈਲ ਨ ਉਤਰੈ, ਮਰ ਜੰਮੈ ਹੋਏ ਕੁਆਰ। ਸਭ ਕਹਿੰਦੇ ਇੱਕ ਗੱਲ ਬਿਲਕੁਲ ਕੰਨ ਖੋਲ ਕੇ ਵਸਾਲਾ ਆਪਣੇ ਚਿੱਤ ਵਿੱਚ, ਐਨ ਬਿਲਕੁਲ ਦਿਲ ਖੋਲ ਕੇ ਆਪਣੇ ਜੀਵਨ ਚ ਵਸਾਲਾ। ਜਦ ਤੱਕ ਤੂੰ ਗੁਰੂ ਸ਼ਬਦ ਦੀ ਵਿਚਾਰ ਨੂੰ ਜੀਵਨ ਵਿੱਚ ਨਹੀਂ ਵਸਾਉਂਦਾ, ਗੁਰੂ ਦੀ ਮੱਤ ਨੂੰ ਫਾਲੋ ਨਹੀਂ ਕਰਦਾ, ਮੈਲ ਨਾ ਉਤਰੈ। ਇਹ ਵਿਕਾਰਾਂ ਦੀ ਮੈਲ ਨਹੀਂ ਉਲੱਥਣੀ, ਮਰ ਜੰਮੇ ਹੋਏ ਖੁਆਰ। ਤੇ ਨਿਤ ਤੂੰ ਆਤਮਿਕ ਮੌਤ ਦੇ ਵਿੱਚ ਮਰਨਾ ਹੈ। ਪਤਾ ਨਹੀਂ ਕਿੰਨੀ ਵਾਰੀ ਤੂੰ ਰੋਜ਼ ਮਰਦਾ ਹੈ, ਕਿੰਨੀ ਵਾਰੀ ਜਨਮ ਲੈਂਦਾ। ਜਦੋਂ ਅਸੀਂ ਕਿਸੇ ਖਿਆਲ ਸਾਡੇ ਅੰਦਰ ਚੰਗਾ ਪੈਦਾ ਹੁੰਦਾ ਹੈ, ਅਸੀਂ ਉਹਨੂੰ ਨਹੀਂ ਕਰਦੇ ਤੇ ਅਸੀਂ ਮਰ ਜਾਂਦੇ ਹਾਂ। ਕਿੰਨੀ ਵਾਰੀ ਅਸੀਂ ਇਹ ਸੋਚਦੇ ਹਾਂ, ਅੱਜ ਤੋਂ ਬਾਅਦ ਨਾ ਮੈਂ ਕੋਸ਼ਿਸ਼ ਕਰਨੀ ਹੈ ਸਤਿਗੁਰੂ ਦੇ ਦੱਸੇ ਪੈਂਡੇ ਤੇ ਤੁਰਾਂ, ਪਰ ਦੂਜੇ ਬੰਨੇ ਬਾਹਰ ਨਿਕਲਦੇ ਹਾਂ ਫਿਰ ਸੰਸਾਰੀ ਵਿਕਾਰਾਂ ਦੀ ਦੌੜ ਵਿੱਚ ਮਰ ਜਾਂਦੇ ਹਾਂ। ਇਹ ਹੈ ਆਤਮਿਕ ਮੌਤ ਮਰਨੀ। ਕਈਆਂ ਨੇ ਜ਼ਮੀਰ ਮਰੇ ਹੋਏ ਨੇ, ਉਹਨਾਂ ਦੇ ਅੰਦਰ ਅਣਖ ਤੇ ਸੱਚ ਨਾਂ ਦੀ ਗੱਲ ਹੀ ਕੋਈ ਨਹੀਂ। ਐਸੇ ਬਹੁਤਾਤ ਮਨੁੱਖ ਨੇ ਜੋ ਆਪਣੇ ਜ਼ਮੀਰ ਮਾਰ ਕੇ ਪਖੰਡਾਂ, ਅਖੌਤੀ ਸਾਧਾਂ, ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਮੱਥੇ ਟੇਕਦੇ ਫਿਰਦੇ ਹਨ। ਜ਼ਮੀਰ ਮਰੀ ਹੈ ਨਾ। ਹੋਵੇ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ, ਹੋਵੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ, ਤੇ ਜਣੇ ਖਣੇ ਦੇ ਪੈਰਾਂ ਵਿੱਚ ਡਿੱਗਦਾ ਫਿਰੇ, ਇਹਦਾ ਮਤਲਬ ਵੀ ਅਜੇ ਤੱਕ ਉਹਨੂੰ ਭਰੋਸਾ ਹੀ ਨਹੀਂ ਕਿ ਮੇਰਾ ਸਤਿਗੁਰੂ ਹਾਜ਼ਰ ਨਾਜ਼ਰ ਹੈ। ਜਿਹੜਾ ਧੰਨ ਗੁਰੂ ਕਲਗੀਆਂ ਵਾਲੇ ਦਾ ਪੁੱਤਰ ਹੈ, ਧੰਨ ਗੁਰੂ ਕਲਗੀਆਂ ਵਾਲੇ ਦੀ ਪੁੱਤਰੀ ਹੈ, ਉਹਨੂੰ ਲੋੜ ਹੀ ਨਹੀਂ ਧੰਨ ਸੱਚੇ ਪਾਤਸ਼ਾਹ ਦਾ ਦਰ ਛੱਡ ਕੇ ਕਿਤੇ ਹੋਰ ਜਾਣ ਦੀ। ਜੇ ਉਹ ਜਾ ਰਹੀ ਹੈ ਫਿਰ ਉਹਦੇ ਅੰਦਰ ਹਜੇ ਸ਼ਬਦ ਦਾ ਪ੍ਰਕਾਸ਼ ਨਹੀਂ ਹੋਇਆ। ਤੇ ਐਸੇ ਮਨੁੱਖ ਨਿਤ ਜੰਮਦੇ ਨੇ, ਨਿਤ ਮਰਦੇ ਹਨ। ਸਾਹਿਬ ਜੀ ਕਹਿੰਦੇ ਧਾਤੁਰ ਬਾਜੀ ਪਲ ਚ ਰਹਿ, ਨਾ ਉਰਵਾਰ ਨਾ ਪਾਰ। ਧਾਤੁਰ ਦਾ ਅਰਥ ਹੈ ਨਾਸ਼ਵੰਤ, ਬਾਜੀ ਦਾ ਅਰਥ ਹੈ ਖੇਡ, ਪਲ ਚ ਰਹਿ ਦਾ ਅਰਥ ਹੈ ਫਸੇ ਹੋਏ, ਪਲਚ ਦਾ ਅਰਥ ਹੈ ਫਸੇ ਹੋਏ, ਨਾ ਉਰਵਾਰ ਨਾ ਪਾਰ। ਉਰਵਾਰ ਦਾ ਅਰਥ ਹੈ ਉਰਲਾ ਬੰਨਾ, ਪਾਰ ਦਾ ਅਰਥ ਹੈ ਪਰਲਾ ਬੰਨਾ। ਸਾਹਿਬ ਜੀ ਕਹਿੰਦੇ ਨੇ ਜੋ ਇਸ ਨਾਸ਼ਵੰਤ ਜਗਤ ਦੀ ਖੇਡ ਵਿੱਚ ਫਸੇ ਹੋਏ ਰਹਿੰਦੇ ਹਨ, ਜੋ ਨਿਤ ਇਸ ਮਾਇਕ ਪਦਾਰਥਾਂ ਵਿੱਚ ਉਲਝੇ ਰਹਿੰਦੇ ਹਨ, ਇਸ ਵਿੱਚ ਉਹਨਾਂ ਨੂੰ ਨਾ ਇੱਥੇ ਸੁੱਖ ਮਿਲਦਾ ਹੈ, ਨਾ ਉਹ ਆਪਣੇ ਜੀਵਨ ਕਾਲ ਦੇ ਵਿੱਚ ਸੁੱਖ ਲੈ ਪਾਉਂਦੇ ਹਨ, ਤੇ ਨਾ ਉਹਨਾਂ ਨੂੰ ਮੌਤ ਹੀ ਸੁੱਖ ਦੀ ਆਉਂਦੀ ਹੈ। ਗੱਲ ਕੀ, ਉਹਨਾਂ ਨੇ ਆਪਣਾ ਅਰਲਾ ਪਰਲਾ ਸਭ ਵਿਗਾੜ ਲਿਆ। ਨਿਤ ਵਿਕਾਰਾਂ ਦੇ ਵਿੱਚ ਡੁੱਬ ਕੇ, ਨਿਤ ਵਿਕਾਰਾਂ ਦੇ ਵਿੱਚ ਪੈ ਕੇ, ਇਸ ਮਾਇਕ ਪਦਾਰਥਾਂ ਦੇ ਵਿੱਚ ਖੁੱਭ ਕੇ, ਲਾਲਚ ਆਪਣੇ ਅੰਦਰ ਇਤਨਾ ਘਰ ਕਰ ਲਿਆ ਹੈ, ਲੋਭ ਇਤਨਾ ਵੱਧ ਗਿਆ ਹੈ ਕਿ ਉਹ ਕਦੀ ਵੀ ਸੁੱਖ ਦਾ ਜੀਵਨ ਨਹੀਂ ਜੀ ਪਾਉਂਦੇ। ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ, ਇੱਥੇ ਜਪ ਦਾ ਅਰਥ ਚੌਂਕੜਾ ਮਾਰ ਕੇ ਜਪ ਕਰਨਾ ਨਹੀਂ, ਕਿਉਂਕਿ ਸਤਿਗੁਰੂ ਜੀ ਨੇ ਉਹ ਜਪ ਤਪ ਨਹੀਂ ਮੰਨਿਆ ਜੋ ਜਪ ਤਪ ਸਾਨੂੰ ਅੱਜ ਕਰਾਇਆ ਜਾ ਰਿਹਾ। ਜਪ ਤਪ ਦਾ ਅਰਥ ਇਹ ਨਹੀਂ ਕਿ ਵੀ ਚੌਂਕੜੇ ਮਾਰ ਕੇ ਮੈਂ ਆਖਾਂ ਜੀ ਜਪ ਕਰਾਂ ਤਪ ਕਰਾਂ। ਸਾਹਿਬ ਜੀ ਕੀ ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਚ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਹੁਣ ਕਿਹੜਾ ਜਪ ਤੇ ਕਿਹੜਾ ਤਪ ਕਰਨਾ? ਸਤਿਗੁਰੂ ਕੇ ਸਨਮੁਖ ਰਹਿ ਕੇ ਜਦੋਂ ਗੁਰੂ ਦੇ ਸ਼ਬਦ ਨੂੰ ਜੀਵਨ ਚ ਵਸਾਉਣਾ ਨਾ, ਰੋਜ਼ਾਨਾ ਗੁਰੂ ਦੇ ਸ਼ਬਦ ਦੇ ਮੁਤਾਬਕ, ਗੁਰੂ ਦੇ ਸ਼ਬਦ ਦੇ ਗਿਆਨ ਨੂੰ ਜਪਣਾ ਹੈ। ਗੁਰੂ ਸ਼ਬਦ ਦੇ ਵਿੱਚੋਂ ਜਿਹੜਾ ਗਿਆਨ ਮਿਲਿਆ ਹੈ ਉਹਨੂੰ ਬਾਰ-ਬਾਰ ਮਨ ਨੂੰ ਜਪਾਉਣਾ ਹੈ। ਤੇ ਤਪ ਕੀ ਹੈ? ਗੁਰੂ ਦੇ ਦੱਸੇ ਬਚਨਾਂ ਤੇ ਤੁਰਨਾ ਹੈ। ਤਪ ਹੀ ਆ ਨਾ, ਸੌਖਾ ਤੇ ਨਹੀਂ ਗੁਰੂ ਦੇ ਬਚਨਾਂ ਤੇ ਤੁਰਨਾ। ਗੁਰੂ ਦੇ ਬਚਨਾਂ ਨੂੰ ਮਨ ਨੂੰ ਸਿਖਾਉਣਾ ਹੈ, ਇਹ ਜਪ ਹੈ। ਗੁਰੂ ਦੇ ਬਚਨਾਂ ਤੇ ਮਨ ਤੁਰਨ ਲੱਗ ਪਵੇ, ਇਹ ਤਪ ਹੈ।
ਫਿਰ ਕੀ ਹੋਵੇਗਾ? ਗੁਰਮੁਖ ਜਪ ਤਪ ਸੰਜਮੀ। ਫਿਰ ਜੀਵਨ ਦੇ ਵਿੱਚ ਸੰਜਮ ਆ ਜਾਵੇਗਾ, ਫਿਰ ਸਹਿਨਸ਼ੀਲਤਾ ਵੱਧ ਜਾਵੇਗੀ, ਸਹਿਜ ਆ ਜਾਵੇਗਾ। ਹਰਿ ਕੈ ਨਾਮ ਪਿਆ ਤੇ ਮਨ ਸਦਾ ਵਾਸਤੇ ਸਦਾ ਅਟਲ ਰਹਿਣ ਵਾਲੇ ਪਰਿਪੂਰਨ ਪ੍ਰਮਾਤਮਾ ਦੇ ਸੱਚੇ ਪ੍ਰੇਮ ਦੇ ਵਿੱਚ ਖੁੱਭ ਜਾਵੇਗਾ। ਗੁਰਮੁਖ ਸਦਾ ਧਿਆਈ ਹੈ, ਏਕ ਨਾਮ ਕਰਤਾਰ। ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਗੁਰੂ ਦੇ ਸਿੱਖ ਦੇ ਜੀਵਨ ਦਾ ਜਿਹੜਾ ਆਧਾਰ ਹੁੰਦਾ ਨਾ, ਉਹ ਫਿਰ ਇੱਕ ਅਕਾਲ ਪੁਰਖ ਵਾਹਿਗੁਰੂ ਹੋ ਜਾਂਦਾ ਹੈ। ਫਿਰ ਉਹਦੇ ਜੀਵਨ ਵਿੱਚ ਇੱਕ ਓੰਕਾਰ ਘਰ ਕਰ ਜਾਂਦਾ ਹੈ। ਫਿਰ ਉਹਨੂੰ ਸਮਝ ਪੈ ਜਾਂਦੀ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਫਿਰ ਉਹ ਗੁਰੂ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੇ ਨਾਲ ਜੁੜਦਾ ਹੀ ਨਹੀਂ। ਉਹਦੀ ਜ਼ਿੰਦਗੀ ਵਿੱਚ ਸਿਰਫ ਫਿਰ ਇੱਕ ਅਕਾਲ ਪੁਰਖ ਹੀ ਘਰ ਕਰ ਜਾਂਦਾ ਹੈ, ਏਕ ਨਾਮ ਕਰਤਾਰ। ਉਹਦੇ ਵਾਸਤੇ ਇੱਕੋ ਇੱਕ ਜੀਵਨ ਦਾ ਨਾਮ ਦਾ ਆਧਾਰ ਬਣ ਜਾਂਦਾ ਹੈ, ਉਹ ਕਰਤਾਰ ਪਰਮਾਤਮਾ ਵਾਹਿਗੁਰੂ। ਉਹ ਉਹਦੇ ਹੁਕਮ ਦੇ ਉੱਪਰ ਤੁਰਦਾ ਹੈ, ਉਹਦੀ ਰਜ਼ਾ ਵਿੱਚ ਰਹਿੰਦਾ ਹੈ, ਅਣਖ ਦਾ ਜੀਵਨ ਜਿਉਂਦਾ ਹੋਇਆ ਪਰਮਾਤਮਾ ਨਾਲ ਇਕਮਿਕ ਹੋਇਆ ਰਹਿੰਦਾ ਹੈ। ਆਖਰੀਆਂ ਪੰਕਤੀਆਂ ਅੱਜ ਦੇ ਸ਼ਬਦ ਦੀਆਂ, ਨਾਨਕ ਨਾਮ ਧਿਆਈ ਹੈ ਸਭਨਾ ਜੀਆਂ ਕਾ ਆਧਾਰ। ਸਭ ਕਹਿੰਦੇ ਹੇ ਨਾਨਕ, ਫਿਰ ਐਸੇ ਸੋਹਣੇ ਰੱਬ ਨੂੰ ਸਦਾ ਚੇਤੇ ਰੱਖਿਆ ਕਰ, ਜੋ ਸਾਰਿਆਂ ਜੀਵਾਂ ਦਾ ਆਸਰਾ ਹੈ, ਜੋ ਸਾਰਿਆਂ ਜੀਵਾਂ ਦੀ ਪ੍ਰਤਿਪਾਲਣਾ ਕਰਨ ਵਾਲਾ ਹੈ। ਉਹਦੇ ਵਰਗਾ ਹੋਰ ਕੋਈ ਵੀ ਦੂਸਰਾ ਨਹੀਂ। ਐਸੇ ਸੋਹਣੇ ਰੱਬ ਨਾਲ ਜੁੜ, ਫਿਰ ਗੁਰੂ ਜੀ ਦੀ ਬਖਸ਼ਿਸ਼ਾਂ ਰਹਿਮਤਾਂ ਦੇ ਪਾਤਰ ਬਣ ਜਾਵਾਂਗੇ। ਸੋ ਅੱਜ ਦਾ 40 ਨੰਬਰ ਸ਼ਬਦ, ਜਿਹਦੀ ਵਿਚਾਰ ਆਪ ਜੀ ਕੇ ਸਨਮੁਖ ਰੱਖੀ ਹੈ, ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੁੰਦੀਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਸਤਿਗੁਰੂ ਕਿਰਪਾ ਕਰੇ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ। ਗਲੋਬਲ ਗੁਰਬਾਣੀ ਵਿਚਾਰ ਵਾਦ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।